ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਦੂਜੀ ਵੀਡੀਓ ਵਿੱਚ ਅਸੀਂ ਰਾਗੀ ਤੇ ਕੀਰਤਨੀ ਜਥੇ ਬਾਰੇ ਵਿਚਾਰ ਸਾਂਝੇ ਕੀਤੇ ਸੀ। ਅੱਜ ਅਸੀਂ ਕਥਾਵਾਚਕ ਤੇ ਗੁਰਬਾਣੀ ਵਿਆਖਿਆਕਾਰ ਬਾਰੇ ਵਿਚਾਰ ਸਾਂਝੇ ਕਰਾਂਗੇ। ਗੁਰੂ ਅਰਜਨ ਦੇਵ ਜੀ ਤੇ ਭਾਈ ਗੁਰਦਾਸ ਜੀ ਤੋਂ ਕਥਾ ਦੀ ਪਰੰਪਰਾ ਚੱਲੀ ਹੈ। ਕਥਾ ਵਿੱਚ 4 ਮੁੱਢ ਨੁਕਤੇ ਹੁੰਦੇ ਹਨ। ਕੀਰਤੀ ਕਿਸ ਦੀ ਹੋਵੇ, ਕੀਰਤੀ ਕਿਵੇਂ ਕਰਨੀ ਹੈ, ਕੀਰਤੀ ਕਿਉਂ ਕਰਨੀ ਹੈ ਤੇ ਕੀਰਤੀ ਕਦੋਂ ਕਰਨੀ ਹੈ। ਇਹਨਾਂ 4 ਨੁਕਤਿਆਂ ਨੂੰ ਗਿਆਨ ਤੇ ਭਾਵ ਭਰਪੂਰ ਬਿਆਨ ਕਰਨ ਨੂੰ ਕਥਾ ਕਹਿੰਦੇ ਹਨ। ਕਥਾਵਾਚਕ ਲਈ 3 ਪ੍ਰਕਾਰ ਦੀ ਸੋਝੀ ਲਾਜ਼ਮੀ ਕਰਾਰ ਦਿੱਤੀ ਗਈ ਹੈ। ਪ੍ਰਥਮ ਸ਼ਬਦ ਪ੍ਰਮਾਣ, ਦੂਜਾ ਅਨੁਭਵ ਤੇ ਤੀਜਾ ਯੁਕਤੀ। ਸ਼ਬਦ ਪ੍ਰਮਾਣ ਕੰਠ ਨਹੀਂ ਹਨ ਜਾਂ ਉਹਨਾਂ ਦਾ ਅਰਥ ਬੋਧ ਤੇ ਅਨੁਭਵ ਨਹੀਂ ਹੈ ਤਾਂ ਫਿਰ ਸ਼ਬਦ ਪ੍ਰਮਾਣ ਤੇ ਅਰਥ ਬੋਧ ਤੇ ਅਨੁਭਵ ਨੂੰ ਬਿਆਨ ਕਰਨ ਦੀ ਯੁਕਤੀ ਨਹੀਂ ਹੈ। ਬਿਆਨ ਕਰਨ ਦੀ ਯੁਕਤੀਹੀਣ ਅਨੁਭਵ ਤਾਂ ਸ਼ਬਦ ਪ੍ਰਮਾਣ ਹੈ। ਜਿਵੇਂ ਕਿ ਕੋਈ ਮਨੁੱਖ ਕਾਰ ਦੀ ਡਰਾਈਵਿੰਗ ਸੀਟ ਤੇ ਬੈਠ ਜਾਵੇ ਤੇ ਕਾਰ ਉਸ ਨੂੰ ਚਲਾਉਣੀ ਨਾ ਆਉਂਦੀ ਹੋਵੇ। ਯੁਕਤੀਹੀਣੇ ਸ਼ਬਦ ਪ੍ਰਮਾਣ ਤੇ ਅਨੁਭਵ ਸਰੋਤਿਆਂ ਦੀ ਹਿਰਦੇ ਦੀ ਮੰਜ਼ਿਲ ਤੇ ਨਹੀਂ ਪੁੱਜਦੇ। ਉਹ ਤੀਰ ਜੋ ਨਿਸ਼ਾਨੇ ਤੇ ਨਹੀਂ ਪੁੱਜਦੇ। ਸ਼ਬਦ ਪ੍ਰਮਾਣ ਅਨੁਭਵ ਤੇ ਯੁਕਤੀ ਦਾ ਸੁਮੇਲ ਸਰੋਤਿਆਂ ਦੇ ਹਿਰਦਿਆਂ ਵਿੱਚ ਪਰਿਵਰਤਨ ਕਰਨ ਵਿੱਚ ਸਫਲ ਹੁੰਦਾ ਹੈ। ਐਸੀ ਕਥਾ तमाम ਧਾਰਮਿਕ ਕਰਮਾਂ ਵਿੱਚ ਸ੍ਰੇਸ਼ਟ ਤੇ ਉੱਤਮ ਹੈ। ਅਨੁਭਵ ਤੇ ਯੁਕਤੀਹੀਣ ਕਥਾ ਸਰੋਤਿਆਂ ਦੇ ਭਰਮ ਜਾਲ ਨੂੰ ਨਹੀਂ ਤੋੜਦੀ। ਯੁਕਤੀ ਤੇ ਅਨੁਭਵ ਲੀਨ ਕਥਾ ਸਰੋਤਿਆਂ ਤੇ ਕਥਾਵਾਚਕਾਂ ਨੂੰ ਆਤਮ ਲੀਨਤਾ ਦਾ ਆਨੰਦ ਦਿੰਦੀ ਹੈ। ਪਰ ਅਨੁਭਵਹੀਣ ਕਥਾ ਦਿਮਾਗੀ ਵਰਜਿਸ਼ ਤੋਂ ਬਿਨਾਂ ਕੁਝ ਨਹੀਂ ਹੈ। ਅੱਜ ਦੇ ਦੌਰ ਵਿੱਚ ਦਿਮਾਗੀ ਵਰਜਿਸ਼ ਜ਼ਿਆਦਾ ਦਿਖਾਈ ਦੇ ਰਹੀ ਹੈ। ਕਥਾਵਾਚਕ ਤੇ ਗੁਰਬਾਣੀ ਵਿਚਾਰਕਾਂ ਨੂੰ ਅਨੁਮਤ ਦੇ ਰਸਤਿਆਂ ਦਾ ਭਰਪੂਰ ਬੋਧ ਹੋਣਾ ਚਾਹੀਦਾ ਹੈ ਤਾਂ ਕਿ ਉਹ ਗੁਰਬਾਣੀ ਅਤੇ ਪੰਥ ਦੇ ਮੁਕੰਮਲ ਇਰਾਦੇ ਨੂੰ ਪੂਰਨ ਵਿਸ਼ਵਾਸ ਤੇ ਭਾਵ ਨਾਲ ਵਿਚਾਰ ਕੇ ਜਗਤ ਦੇ ਸਾਹਮਣੇ ਰੱਖ ਸਕੇ। ਅਨਮਤ ਦੀ ਵਿਚਾਰ ਤਾਂ ਇੱਕ ਪਾਸੇ ਰਹੀ, ਗੁਰਬਾਣੀ ਵਿਚਾਰ ਵੀ ਅਨੁਭਵ ਤੇ ਅਭਿਆਸਹੀਣ ਹੁੰਦੀ ਹੈ। ਜੋ ਗੁਰਮਤਿ ਵਿਦਿਆਲੇ ਸੇਵਾਦਾਰ ਹਨ ਉਹਨਾਂ ਵਿੱਚ ਕੇਵਲ ਕੀਰਤਨ ਤੇ ਗੁਰਬਾਣੀ ਪਾਠ ਦੀ ਸਿੱਖਿਆ ਦਿੱਤੀ ਜਾਂਦੀ ਹੈ, ਜਿਸ ਕਰਕੇ ਕੀਰਤਨੀਆਂ ਦੀ ਥੁੜ ਨਹੀਂ ਹੈ ਪਰ ਵਿਚਾਰਕ ਟਾਵਾਂ ਹੀ ਦਿਖਾਈ ਦਿੰਦਾ ਹੈ। ਕੀਰਤਨੀਏ ਤੇ ਪ੍ਰਚਾਰਕ ਦਾ ਪ੍ਰਬੰਧਕੀ ਢਾਂਚੇ ਵਿੱਚ ਕੋਈ ਹਿੱਸਾ ਨਹੀਂ ਹੈ। ਇਸ ਵਾਸਤੇ ਬਹੁਤਾ ਪ੍ਰਚਾਰ ਵੀ ਪ੍ਰਬੰਧਕੀ ਢਾਂਚੇ ਦੀ ਰਾਜਨੀਤੀ ਅਧੀਨ ਹੈ। ਸਨਾਤਨੀ ਮਤ ਤੇ ਬੁੱਧ ਮਤ ਵਿੱਚ ਪ੍ਰਚਾਰਕ ਸ਼੍ਰੇਣੀ ਰਾਜਨੀਤੀ ਦੀ ਪਕੜ ਤੋਂ ਪਰੇ ਹੈ, ਜਿਸ ਕਰਕੇ ਉਹ ਸ਼੍ਰੇਣੀ ਪ੍ਰਚਾਰ ਰਾਹੀਂ ਦੇਸ਼ ਤੇ ਵਿਦੇਸ਼ਾਂ ਵਿੱਚ ਕਾਫੀ ਪ੍ਰਭਾਵਸ਼ੀਲ ਹੁੰਦੀ ਜਾ ਰਹੀ ਹੈ। ਜਿੱਥੇ ਇਹ ਸ਼੍ਰੇਣੀ ਧਿਆਨ ਸਾਧਨਾ ਦੀਆਂ ਗਹਿਰਾਈਆਂ ਦਾ ਪ੍ਰਚਾਰ ਕਰਦੀ ਹੈ ਤੇ ਆਪਣੇ ਮਹਾਪੁਰਸ਼ਾਂ ਨੂੰ ਆਦਰਸ਼ ਰੂਪ ਵਿੱਚ ਪੇਸ਼ ਕਰਨ ਵਿੱਚ ਸਫਲ ਹੋ ਰਹੀ ਹੈ। ਲੱਖਾਂ ਦੀ ਤਾਦਾਦ ਵਿੱਚ ਅਮਰੀਕਨ ਤੇ ਯੂਰਪੀਅਨ ਇਹਨਾਂ ਦੇ ਪੱਥ ਤੇ ਚੱਲਣ ਲੱਗ ਪਏ ਹਨ। ਇੱਥੇ ਸਾਡੀ ਸ਼੍ਰੇਣੀ ਢੋਲਕ, ਚਿਮਟੇ, ਖੜਕਾ, ਵਿਆਕਰਨ ਤੇ ਯਥਾਰਥ ਧਰਮ ਬਾਰੇ ਅਨੁਭਵਹੀਣ ਗੱਲਾਂ ਕਰ ਗੁਰਦੁਆਰਿਆਂ ਦੀ 4 ਦੀਵਾਰੀ ਤੱਕ ਹੀ ਸੀਮਤ ਹੈ। ਕੋਈ ਇੱਕ ਅੱਧਾ ਤੇ ਸਿੱਖੀ ਰੂਪ ਦਿੱਤਾ ਵੀ ਤਾਂ ਯੋਗ ਮਤ ਦੀ ਆਧਾਰਸ਼ਿਲਾ ਤੇ ਖੜਾ ਕੀਤਾ, ਜਿਸ ਕਰਕੇ ਸਿੱਖੀ ਸਿਧਾਂਤ ਦਾ ਉੱਭਰ ਕੇ ਹੀ ਨਹੀਂ ਆਇਆ, ਸਗੋਂ ਉੱਥੇ ਯੋਗ ਮਤ ਵੀ ਆਪਣਾ ਮੁਖੜਾ ਪ੍ਰਗਟ ਨਾ ਕਰ ਸਕਿਆ। ਕਿਧਰੇ ਹੱਥਾਂ ਦੀਆਂ ਉਂਗਲੀਆਂ ਤੇ ਗਿਣੇ ਜਾਣ ਵਾਲੇ ਚਾਰਕ ਗੁਰੂ ਦੀ ਬਖਸ਼ਿਸ਼ ਨਾਲ ਅੱਗੇ ਆਏ ਵੀ ਤਾਂ ਅਹੰਕਾਰ ਆਸ਼ਰਿਤ ਪ੍ਰਬੰਧ ਤੇ ਗਿਆਨਹੀਣ ਸਰੋਤਿਆਂ ਦੀ ਤਰਕ ਦੀ ਦਲਦਲ ਵਿੱਚ ਫਸਦੇ ਦੇਖੇ। ਲੰਬੇ ਸਮੇਂ ਤੱਕ ਪ੍ਰਬੰਧਕੀ ਨਿਜ਼ਾਮ ਰਾਜਨੀਤਿਕ ਬੁਨਿਆਦੀ ਤੇ ਖੜਾ ਹੋਣ ਕਰਕੇ ਸਰੋਤਿਆਂ ਦਾ ਮਾਨਸਿਕ ਮੰਡਲ ਵੀ ਰਾਜਨੀਤਿਕ ਹੁੰਦਾ ਜਾ ਰਿਹਾ ਹੈ। ਨਾਮ, ਅਭਿਆਸ, ਧਿਆਨ ਸਾਧਨਾ ਇਹ ਗਿਆਨ ਦੀ ਥਾਂ ਸਰੋਤਿਆਂ ਦੇ ਪ੍ਰਸ਼ਨ ਸਮਾਜਿਕ, ਆਰਥਿਕ ਤੇ ਰਾਜਨੀਤਿਕ ਹੁੰਦੇ ਹਨ। ਅਰਥ ਸ਼ਾਸਤਰੀ ਇਹ ਜਾਣਦੇ ਹਨ ਕਿ ਜਿਸ ਵਸਤੂ ਦੀ ਮੰਗ ਨਾ ਹੋਵੇ ਉਹ ਬਾਜ਼ਾਰ ਤੋਂ ਓਹਲੇ ਹੋ ਜਾਂਦੀ ਹੈ ਔਰ ਆਪਣਾ ਵਜੂਦ ਖੋ ਬੈਠਦੀ ਹੈ। ਅਣਖੀਲੇ ਪ੍ਰਚਾਰਕ ਨੇ ਕਿਧਰੇ ਗੁਰਮਤਿ ਦੀਆਂ ਉਚਾਈਆਂ ਦਾ ਜ਼ਿਕਰ ਕੀਤਾ ਤੇ ਉਹਨਾਂ ਦੇ ਪ੍ਰਬੰਧ ਹੋਣ ਦੀ ਤਾਕੀਦ ਕੀਤੀ ਤਾਂ ਰਾਜਨੀਤੀ ਨੇ ਆਪਣਾ ਸਿਰ ਉੱਚਾ ਕਰ ਲਿਆ। ਅੰਜਾਮ ਇਹ ਹੋਇਆ ਕਿ ਗੁਰਮਤਿ ਦੀ ਰੂਪ ਰੇਖਾ ਵਿੱਚ
ਪ੍ਰਬੰਧਕੀ ਢਾਂਚਾ ਨਾ ਆ ਸਕਿਆ, ਬਲਕਿ ਪ੍ਰਬੰਧਕੀ ਢਾਂਚੇ ਨੇ ਗੁਰੂ ਮਤ ਪ੍ਰਚਾਰਕਾਂ ਨੂੰ ਆਪਣੇ ਅਨੁਕੂਲ ਕਰ ਲਿਆ। ਕੋਈ ਇੱਕ ਅੱਧਾ ਇਹਨਾਂ ਦੇ ਜਾਲ ਤੋਂ ਨਿਕਲ ਗਿਆ ਤਾਂ ਗੁਆਚੀ ਗਊ ਦੀ ਤਰ੍ਹਾਂ ਹੋ ਗਿਆ। ਪ੍ਰਚਾਰ ਗੁਰਮਤ ਅਧੀਨ ਨਾ ਹੋ ਕੇ ਪ੍ਰਬੰਧਕੀ ਢਾਂਚੇ ਦੀ ਵਿਚਾਰਧਾਰਾ ਅਨੁਕੂਲ ਹੋ ਗਿਆ ਤੇ ਗੁਆਚੀ ਗਊ ਨੂੰ ਢੂੰਡਣ ਦਾ ਯਤਨ ਨਾ ਕੀਤਾ ਗਿਆ। ਸੋ ਪ੍ਰਚਾਰ ਦੇ ਦ੍ਰਿਸ਼ਟੀਕੋਣ ਤੋਂ ਬੜੀ ਪ੍ਰਬਲ ਨਿਰਾਸ਼ਾ ਦਿਖਾਈ ਦੇ ਰਹੀ ਹੈ। ਜਿੱਥੇ ਈਸਾਈ ਮਸ਼ੀਨਰੀਆਂ ਨੇ ਇਹਨਾਂ 5 ਦਹਾਕਿਆਂ ਵਿੱਚ ਲੱਖਾਂ ਈਸਾਈ ਬਣਾਏ ਹਨ ਔਰ ਲੱਖਾਂ ਯੂਰਪੀਅਨ ਸਨਾਤਨ ਮਤ ਦੀ ਦੱਸੀ ਧਿਆਨ ਸਾਧਨਾ ਕਰ ਰਹੇ ਹਨ, ਉੱਥੇ ਹਰੇ ਰਾਮਾ ਹਰੇ ਕ੍ਰਿਸ਼ਨਾ ਦੀ ਲਹਿਰ, ਸਵਾਮੀ ਵਿਵੇਕਾਨੰਦ ਦਾ ਪ੍ਰਭਾਵ, ਆਚਾਰੀਆ ਰਜਨੀਸ਼ ਦਾ ਫਲਸਫਾਨਾ ਵਕਤਵ ਪੱਛਮੀ ਦੁਨੀਆ ਵਿੱਚ ਆਮ ਦੇਖਣ ਨੂੰ ਮਿਲ ਰਿਹਾ ਹੈ। ਹਰੀ ਓਮ ਦੀ ਧੁਨੀ ਹੁਣ ਯੂਰਪੀਅਨ ਲੋਕਾਂ ਦੇ ਕੰਠ 'ਚੋਂ ਸੁਣਾਈ ਦੇ ਰਹੀ ਹੈ। ਮਹਾਤਮਾ ਬੁੱਧ ਦੀ ਛਾਪ ਵੀ ਹੁਣ ਵੱਧਦੀ ਜਾ ਰਹੀ ਹੈ। ਉੱਥੇ 70% ਆਪਣੇ ਗੁਰੂ ਦਾ ਸਰੂਪ, ਸੁਭਾਅ ਤੇ ਸੱਭਿਆਚਾਰ ਗਵਾ ਬੈਠੇ ਹਨ ਔਰ ਇਹਨਾਂ ਗੁਆਚਿਆ ਹੋਇਆਂ ਨੂੰ ਆਪਣੇ ਘਰ ਦੀ ਤਲਬ ਵੀ ਨਹੀਂ ਹੈ। ਪ੍ਰਚਾਰਕ ਸ਼੍ਰੇਣੀ ਦਾ ਬਹੁਤ ਵੱਡਾ ਭਰਪੂਰ ਯੋਗਦਾਨ ਹੋਵੇ, ਐਸਾ ਕਿਧਰੇ ਵੀ ਦਿਖਾਈ ਨਹੀਂ ਦੇ ਰਿਹਾ। ਡੇਰੇਦਾਰਾਂ ਨੂੰ ਸੋਹਣੀਆਂ ਤੇ ਵਧੀਆ ਕਾਰਾਂ ਚਾਹੀਦੀਆਂ ਹਨ ਤੇ ਡੇਰੇ ਰੂਹਾਨੀ ਛਾਪ ਦੀ ਥਾਂ ਆਰਥਿਕ ਛਾਪ ਪੇਸ਼ ਕਰਨ ਲੱਗ ਪਏ ਹਨ। ਉਹੀ ਡੇਰੇਦਾਰ ਵੱਡਾ, ਜਿਸ ਦਾ ਡੇਰਾ ਵੱਡਾ, ਜਿਸ ਦੀ ਕਾਰ ਵੱਡੀ, ਜਿਸ ਦੀ ਅਰਥ ਵਿਵਸਥਾ ਵੱਡੀ ਅਤੇ ਅੰਧੇ ਸ਼ਰਧਾਲੂਆਂ ਦਾ ਇਕੱਠ ਵੱਡਾ। ਸੰਸਾਰੀਆਂ ਦੀ ਵਿਵਸਥਾ, ਸੰਸਾਰੀਆਂ ਦੀ ਤਰ੍ਹਾਂ ਡੇਰੇਦਾਰਾਂ ਨੂੰ ਨਾਪਣ ਦਾ ਪੈਮਾਨਾ ਧਨ ਹੀ ਬਣ ਗਿਆ ਤੇ ਪ੍ਰਚਾਰਕ ਸ਼੍ਰੇਣੀ ਰਾਜਨੀਤਿਕ ਪ੍ਰਬੰਧਕੀ ਢਾਂਚੇ ਤੇ ਪਖੰਡੀ ਪ੍ਰਬੰਧਕੀ ਸਾਧ ਢਾਂਚੇ ਹੇਠ ਦਬ ਕੇ ਰਹਿ ਗਈ। ਭਾਵੇਂ ਪਿਛਲੇ ਦਹਾਕਿਆਂ ਵਿੱਚ ਬੇਦੀ ਬ੍ਰਿਜਬਲ ਸਿੰਘ, ਗਿਆਨੀ ਰਣਜੀਤ ਸਿੰਘ ਪਾਰਸ, ਗਿਆਨੀ ਮਾਨ ਸਿੰਘ ਝੋਰ ਤੇ ਪ੍ਰਿੰਸੀਪਲ ਗੰਗਾ ਸਿੰਘ ਤੇ ਗਿਆਨੀ ਬਾਦਲ ਸਿੰਘ ਨੇ ਆਪਣੀ ਸੂਝ-ਬੂਝ ਦੇ ਯਤਨਾਂ ਨਾਲ ਗੁਰਮਤ ਦੇ ਬੂਟੇ ਲਾਏ, ਪਰ ਅੱਗੋਂ ਸੰਭਾਲ ਨਾ ਹੋਣ ਕਰਕੇ ਇਹਨਾਂ ਬੂਟਿਆਂ ਦੇ ਫਲ-ਫੁੱਲ ਦਿਖਾਈ ਨਹੀਂ ਦਿੰਦੇ। ਸ਼ਾਇਰੇ ਮਸ਼ਰਕ ਡਾਕਟਰ ਮੁਹੰਮਦ ਇਕਬਾਲ ਨੇ ਇਸੇ ਸੰਬੰਧ ਵਿੱਚ ਬਹੁਤ ਗਹਿਰੀ ਗੱਲ ਆਖੀ ਹੈ। ਉਹਨਾਂ ਪੱਛਮੀ ਦੇਸ਼ਾਂ ਤੋਂ ਵਾਪਸੀ ਤੋਂ ਬਾਅਦ ਅਣਵੰਡੇ ਭਾਰਤ ਦੇ ਲੋਕਾਂ ਦੀ ਮੰਗ ਤੇ ਆਪਣਾ ਅਨੁਭਵ ਪੇਸ਼ ਕੀਤਾ। ਭਾਰਤ ਵਾਸੀਆਂ ਨੇ ਜਾਣਨਾ ਚਾਹਿਆ ਕਿ ਅਸੀਂ ਇਕਬਾਲ ਜੈਸੇ ਦਾਨਿਸ਼ਮੰਦ ਪਾਸੋਂ ਪੱਛਮੀ ਤੇ ਭਾਰਤੀ ਧਰਮ ਦੀ ਤੁਲਨਾ ਵਿਚਕਾਰ ਸੁਣਨਾ ਚਾਹਾਂਗੇ। ਉਸਨੇ ਆਪਣੇ ਇੱਕ ਕੀਮਤੀ ਸ਼ੇਅਰ ਦੇ ਰਾਹੀਂ ਮਸ਼ਰਕ ਤੇ ਮਗਰਬ ਦੇ ਧਾਰਮਿਕ ਜੀਵਨ ਬਾਰੇ ਫਲਸਫਾਨਾ ਅੰਦਾਜ਼ ਵਿੱਚ ਆਪਣੀ ਰਾਏ ਦਾ ਇਜ਼ਹਾਰ ਕੀਤਾ। ਧਾਰਮਿਕ ਗ੍ਰੰਥ ਤੇ ਅਵਤਾਰਾਂ ਦੇ ਸੰਸਾਰ ਪ੍ਰਤੀ ਉਚਾਰੇ ਵਾਕ ਕੋਈ ਗੈਰ ਗੰਭੀਰ ਨਹੀਂ ਹਨ। ਬੇਸ਼ਤਰ ਗ੍ਰੰਥਾਂ ਦੀ ਵਿਚਾਰ ਗਿਆਨ ਵਿਗਿਆਨ ਤੇ ਸਮੇਂ ਦੀ ਕਸੌਟੀ ਤੇ ਪੂਰੀ ਨਹੀਂ ਉਤਰਦੀ, ਲੇਕਿਨ ਫਿਰ ਵੀ ਸੰਸਾਰ ਤੇ ਈਸਾਈਅਤ ਦਾ ਵਾਧਾ ਹੋ ਸਕਿਆ ਤਾਂ ਇਸ ਦਾ ਮੁੱਖ ਕਾਰਨ ਈਸਾਈ ਮਸ਼ੀਨਰੀ ਹੈ। ਇਕਬਾਲ ਕਹਿੰਦਾ ਹੈ ਕਿ ਪੱਛਮ ਦੀ ਸ਼ਰਾਬ ਬੇਸ਼ਰੂਰ ਹੈ, ਭਾਵ ਧਾਰਮਿਕ ਗ੍ਰੰਥ ਮੇਰੇ ਅੰਦਾਜ਼ੇ ਮੁਤਾਬਕ 90% ਮਿਥਿਹਾਸ ਹਨ। ਸ਼ਰਾਬ ਖੁਮਾਰੀਹੀਣ ਹੈ, ਲੇਕਿਨ ਫਿਰ ਵੀ ਸੰਸਾਰ ਨੇ ਖੁਸ਼ੀ ਨਾਲ ਇਹ ਜਾਮ ਪੀਤੇ। ਈਸਾਈ ਮਸ਼ੀਨਰੀ ਨੂੰ ਇਕਬਾਲ ਕੀ ਕਹਿੰਦਾ ਹੈ? ਸ਼ਰਾਬ ਪਿਲਾਣ ਵਾਲਾ। ਇਹਨਾਂ ਪਿਲਾਣ ਵਾਲਿਆਂ ਦਾ ਸ਼ਰਾਬ ਨੂੰ ਪੇਸ਼ ਕਰਨ ਦਾ ਅੰਦਾਜ਼ ਅਤਿਅੰਤ ਕੋਮਲ ਹੈ। ਸੁਰਾਰੀ ਚਮਕਦੀ ਔਰ ਪਿਆਲੇ ਲਿਸ਼ਕੇ ਹੋਏ ਹਨ, ਹੱਥ ਸੁੰਦਰ ਸਾਫ਼ ਤੇ ਬੇਦਾਗ ਹਨ। ਇਹ ਵੇਖ ਕੇ ਹਰ ਬਸ਼ਰ ਦਾ ਸ਼ਰਾਬ ਪੀਣ ਨੂੰ ਜੀ ਕਰਦਾ ਹੈ। ਇਹਨਾਂ ਦਾ ਪੈਮਾਨੇ ਨੂੰ ਪੇਸ਼ ਕਰਨ ਦਾ ਢੰਗ ਜਗਤ ਨੂੰ ਪ੍ਰਭਾਵਿਤ ਕਰਦਾ ਹੈ। ਇਸੇ ਕਰਕੇ ਸਾਰਾ ਯੂਰਪ, ਅਮਰੀਕਾ ਤੇ ਏਸ਼ੀਆ ਦੇ ਕੁਝ ਹਿੱਸੇ ਪ੍ਰਭਾਵਿਤ ਹੋ ਕੇ ਈਸਾਈ ਬਣੇ, ਪਰੰਤੂ ਭਾਰਤ ਮਸ਼ਰਕ ਪੂਰਬ ਵਿੱਚ ਇਸ ਧਰਮ ਦੇ ਪ੍ਰਚਾਰਕ ਤੇ ਪ੍ਰਬੰਧਕੀ ਢਾਂਚਾ ਇਸ ਮਹਾਨ ਕਲਾ ਤੋਂ ਹੀਣਾ ਹੈ। ਭਾਵੇਂ ਪੂਰਬ ਦੇ ਧਰਮ ਗ੍ਰੰਥ ਤੇ ਉਹਨਾਂ ਦੇ ਆਚਾਰੀਆ, ਗੁਰੂ ਤੇ ਅਵਤਾਰ ਬਹੁਤ ਗਹਿਰ ਗੰਭੀਰ ਸੋਚਣੀ ਦੇ ਮਾਲਕ ਹਨ। ਪ੍ਰਾਚੀਨ ਉਪਨਿਸ਼ਦਾਂ ਦਾ ਗਿਆਨ ਬਹੁਤ ਗਹਿਰੀ ਤੇ ਉੱਚੀ ਸੋਚਣੀ ਰੱਖਦੇ ਹਨ। ਗਿਆਨ ਦੇ ਮਹਾਨ ਸਾਗਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਗਿਆਨ ਵਿਗਿਆਨ ਤੇ ਸਮੇਂ ਦੀ ਕਸੌਟੀ ਤੇ ਪੂਰੀ ਉਤਰਦੀ ਹੈ, ਬਲਕਿ ਵਿਗਿਆਨ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੰਮੀ ਖੋਜ ਦੇ ਸਾਹਮਣੇ ਘੁਟਨਿਆਂ ਦੇ ਬਲ ਚੱਲਦਾ ਹੈ। ਮਨ ਦੀਆਂ
ਅਤਿਅੰਤ ਗਹਿਰਾਈਆਂ ਤੇ ਮਨ ਤੋਂ ਪਾਰ ਦੀਆਂ ਉਚਾਈਆਂ ਰਸਪੂਰਵਕ ਢੰਗ ਨਾਲ ਦੱਸੀਆਂ ਹਨ, ਪਰ ਫਿਰ ਵੀ ਸੰਸਾਰ ਇਹਨਾਂ ਦੇ ਸਰੂਰ ਤੋਂ ਵਾਜਾ ਹੈ। ਇਸ ਸੰਬੰਧ ਵਿੱਚ ਇਕਬਾਲ ਦਾ ਨਜ਼ਰੀਆ ਇਹ ਹੈ ਕਿ ਪੂਰਬ ਦੇ ਸਾਕੀ ਜਾਂ ਉਹਨੂੰ ਪੇਸ਼ ਕਰਨ ਦਾ ਅੰਦਾਜ਼ ਨਹੀਂ ਜਾਣਦੇ, ਉਹਨਾਂ ਦੇ ਹੱਥ ਵੀ ਸਾਫ਼ ਤੇ ਬੇਦਾਗ ਨਹੀਂ ਹਨ। ਉਪਨਿਸ਼ਦਾਂ ਦੇ ਸਾਕੀ ਬ੍ਰਾਹਮਣ ਹਨ, ਜਿਨ੍ਹਾਂ ਨੇ ਜਾਤ ਪਾਤ ਤੇ ਵਰਨ ਵੰਡ ਦੀਆਂ ਐਸੀਆਂ ਵੰਡੀਆਂ ਪਾਈਆਂ ਜਿਸ ਨਾਲ ਮਨੁੱਖ ਤੋਂ ਦੂਰ ਹੋ ਗਿਆ। ਕਿਰਤ ਕਰਕੇ ਆਪਣੀ ਉਪਜੀਵਿਕਾ ਚਲਾਉਣ ਵਾਲਾ ਤੇ ਜਗਤ ਵਿੱਚ ਬਹੁਪੱਖੀ ਕਾਰਜਸ਼ੀਲ ਕੀਰਤੀ ਸ਼ੂਦਰ ਆਖਿਆ ਗਿਆ। ਇਸ ਬਹੁ ਗਿਣਤੀ ਤਬਕੇ ਨੂੰ ਧਰਮ ਮੰਦਰਾਂ ਦੇ ਪ੍ਰਵੇਸ਼ ਤੋਂ ਰੋਕ ਦਿੱਤਾ ਗਿਆ। ਧਰਮ ਗ੍ਰੰਥ ਦੇ ਪੜ੍ਹਨ ਤੇ ਸੁਣਨ ਦੇ ਅਧਿਕਾਰ ਨੂੰ ਖੋਹ ਲਿਆ ਗਿਆ। ਧਰਮ ਮੰਦਰ ਧਾਰਮਿਕ ਉਸਾਰੀ ਦੇ ਕੇਂਦਰ ਹਨ। ਵਿਦਿਆਲਿਆਂ ਵਿੱਚ ਬੌਧਿਕ ਉન્નਤੀ ਹੁੰਦੀ ਹੈ, ਪਰੰਤੂ ਬ੍ਰਾਹਮਣਾਂ ਵੱਲੋਂ ਧਰਮ ਮੰਦਰ ਤੇ ਵਿਦਿਆਲਿਆਂ ਦੇ ਦਰਵਾਜ਼ੇ ਬੰਦ ਕਰ ਧਾਰਮਿਕ ਤੇ ਬੌਧਿਕ ਵਿਕਾਸ ਪੱਖੋਂ ਇਸ ਬਹੁਗਿਣਤੀ ਤਬਕੇ ਨੂੰ ਵਾਜਾ ਕਰ ਦਿੱਤਾ ਗਿਆ। ਬ੍ਰਾਹਮਣ ਦੀ ਸਿਰਮੌਰਤਾ ਦੀ ਕੋਈ ਬਰਾਬਰੀ ਨਾ ਕਰੇ ਤੇ ਉਸ ਤੋਂ ਕੋਈ ਅੱਗੇ ਨਾ ਲੰਘ ਜਾਏ। ਬ੍ਰਾਹਮਣ ਦੀ ਸਾਰੀ ਸ਼ਕਤੀ ਇਸੇ ਵਿੱਚ ਖਰਚ ਹੁੰਦੀ ਰਹੀ। ਇਸ ਤਰ੍ਹਾਂ ਬ੍ਰਾਹਮਣ ਕਠੋਰ ਤੋਂ ਕਠੋਰ ਹੁੰਦਾ ਗਿਆ। ਭਾਵੇਂ ਉਪਨਿਸ਼ਦਾਂ ਦਾ ਗਿਆਨ ਮਹਾਨ ਸੀ, ਰਸਪੂਰਵਕ ਸੀ, ਪਰ ਬ੍ਰਾਹਮਣ ਦੇ ਪੇਸ਼ ਕਰਨ ਦਾ ਢੰਗ ਕਠੋਰ ਤੇ ਸੀਮਤ ਸੀ। ਇਹੀ ਹਾਲ ਗੁਰਬਾਣੀ ਦੇ ਕਥਾਕਾਰਾਂ ਤੇ ਵਿਆਖਿਆਕਾਰਾਂ ਦਾ ਸੀ। ਪ੍ਰਥਮ ਇਹਨਾਂ ਦਾ ਪ੍ਰਚਾਰ ਪ੍ਰਬੰਧਕੀ ਢਾਂਚੇ ਦੀ ਅਹੰਕਾਰੀ ਪਕੜ ਤੋਂ ਬਾਹਰ ਨਹੀਂ ਸੀ। ਦੂਜਾ, ਇਹਨਾਂ ਦੇ ਕਹਿਣ ਦੇ ਢੰਗ ਨਾਲ ਗੁਰਬਾਣੀ ਦੀ ਉਚਿਤ ਮਹਾਨਤਾ ਪ੍ਰਗਟ ਨਹੀਂ ਹੁੰਦੀ ਸੀ। ਸਵਾਰਥ ਤੇ ਅਹੰਕਾਰ ਕਰਕੇ ਪ੍ਰਚਾਰਕ ਤੋਂ ਦੂਰ ਸੀ, ਜਿਸ ਕਰਕੇ ਇਹਨਾਂ ਦੀ ਕਥਨੀ ਜਗਤ ਨੂੰ ਗੁਰਬਾਣੀ ਦੇ ਨੇੜੇ ਲਿਆਉਣ ਦੇ ਅਸਮਰਥ ਸੀ। ਸਹਿਜੇ ਇਸ ਦਾ ਵਿਵਹਾਰ ਵੀ ਬ੍ਰਾਹਮਣੀ ਪ੍ਰਚਾਰਕ ਜੈਸਾ ਹੋ ਗਿਆ। ਈਸ਼ਵਰੀ ਵਿਸ਼ਵਾਸ ਦੀ ਸੁੱਚਤਾ ਤੇ ਗੁਰਬਾਣੀ ਦੇ ਅਨੁਭਵੀ ਗਿਆਨ ਦੀ ਬੁੱਧਤਾ ਤੋਂ ਹੀਣਾ ਸੀ। ਸਰੂਰ ਰੱਬੀ ਮਸਤੀ ਗਿਆਨ ਦੀ ਸੁਹੱਪਣਤਾ ਨਾਲ ਭਰੀ ਹੋਈ ਮਦਿਰਾ ਦਾ ਸਾਗਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਮ ਮਨੁੱਖਤਾ ਦੀ ਪਹੁੰਚ ਤੋਂ ਪਰੇ ਰਿਹਾ, ਕਿਉਂਕਿ ਪ੍ਰਚਾਰਕ ਸਾਕੀ ਇਸ ਸਰੂਰ ਨੂੰ ਵੰਡਣ ਤੇ ਪੇਸ਼ ਕਰਨ ਦੇ ਅੰਦਾਜ਼ ਤੋਂ ਵਾਜੇ ਸਨ। ਬ੍ਰਾਹਮਣ ਦੀ ਕਠੋਰ ਤੇ ਅਹੰਕਾਰੀ ਬਿਰਤੀ ਨੇ 5000 ਸ਼ੂਦਰਾਂ ਲਈ ਮੰਦਰਾਂ ਦੇ ਦਰਵਾਜ਼ੇ ਬੰਦ ਰੱਖੇ ਅਤੇ ਸਿੱਖ ਮਹੰਤ ਸ਼੍ਰੇਣੀ ਨੇ ਗੁਰੂ ਤੇਗ ਬਹਾਦਰ ਜੀ ਲਈ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਦਿੱਤੇ। ਇਹ ਤਾਂ ਇਸ ਤਰ੍ਹਾਂ ਸੀ ਜਿਵੇਂ ਕੋਈ ਘਰ ਦਾ ਨੌਕਰ ਮਾਲਕ ਲਈ ਘਰ ਦੇ ਦਰਵਾਜ਼ੇ ਬੰਦ ਕਰ ਦੇਵੇ। ਪ੍ਰਚਾਰਕ ਸ਼੍ਰੇਣੀ ਦਾ ਕਥਨ ਕਰਨ ਵਿੱਚ ਸ਼ਕਤੀ ਤੇ ਸਮਾਂ ਇਤਨਾ ਖਰਚ ਹੋ ਜਾਂਦਾ ਹੈ ਕਿ ਮੰਨਣ ਤੇ ਕਰਨ ਲਈ ਉਸ ਕੋਲ ਸਮਾਂ ਬਚਦਾ ਹੀ ਨਹੀਂ, ਅਤੇ ਜਿਨ੍ਹਾਂ ਪ੍ਰਚਾਰਕਾਂ ਕੋਲ ਸ਼ਕਤੀ ਤੇ ਸਮਾਂ ਹੁੰਦਾ ਹੈ, ਵਿਸ਼ਵਾਸ ਤੇ ਸ਼ਰਧਾਹੀਨ ਹੋਣ ਕਰਕੇ ਉਹ ਆਪਣੀ ਸ਼ਕਤੀ ਤੇ ਸਮਾਂ ਪ੍ਰਭੂ ਚਿੰਤਨ ਤੇ ਨਹੀਂ ਲਾਉਂਦੇ। ਸ਼ਰਧਾਹੀਨ ਇਹ ਗਿਆਨ ਲੰਗੜਾ ਹੁੰਦਾ ਹੈ, ਜਿਸ ਪਹੁੰਚ ਮੰਜ਼ਿਲ ਤੱਕ ਨਹੀਂ ਹੁੰਦੀ। ਇਸ ਵਾਸਤੇ ਇਹਨਾਂ ਲੋਕਾਂ ਦੀ ਕਥਨੀ ਮੰਜ਼ਿਲ ਦੀ ਪ੍ਰੇਰਣਾ ਦੇਣ ਵਿੱਚ ਅਸਫਲ ਰਹਿੰਦੀ ਹੈ। ਜਿਸ ਵਿਚਾਰ ਨੂੰ ਮਨ ਨਹੀਂ ਮੰਨਦਾ, ਅਗਰ ਉਸ ਨੂੰ ਸੁਣਾਇਆ ਜਾਵੇ ਤਾਂ ਐਸਾ ਵਿਚਾਰ ਦੂਜਿਆਂ ਦੇ ਮਨ ਤੱਕ ਨਹੀਂ ਪਹੁੰਚਦਾ, ਕਿਉਂਕਿ ਅਟਲ ਨਿਯਮ ਹੈ ਕਿ ਜਿਹੜੀ ਗੱਲ ਮਨ ਵਿੱਚੋਂ ਨਹੀਂ ਨਿਕਲਦੀ ਉਹ ਮਨ ਤੱਕ ਨਹੀਂ ਪਹੁੰਚਦੀ। ਵਿਦਵਾਨ ਭਗਤਾ ਅਗਰ ਆਪਣੀ ਪ੍ਰਾਲਬਧ ਤੇ ਸੰਤੁਸ਼ਟ ਨਹੀਂ ਹੁੰਦਾ ਤਾਂ ਉਸ ਦੀ ਕਥਨੀ ਨਾਲ ਕਿਸੇ ਨੂੰ ਸੰਤੁਸ਼ਟੀ ਨਹੀਂ ਹੋਣ ਲੱਗੀ। ਤਾਂ ਦੀ ਸੰਤੋਖਹੀਣੀ ਕਥਨੀ ਸੰਸਾਰਕ ਧੰਦਾ ਹੁੰਦੀ ਹੈ। ਕਥਾਕਾਰ ਲਈ ਸਤਸੰਗ ਦਾ ਮਾਹੌਲ ਬਾਜ਼ਾਰ ਹੀ ਹੁੰਦਾ ਹੈ। ਉਸ ਦਾ ਬ੍ਰਾਹਮਣ ਕਥਨ ਸਿਰਫ ਬਾਜ਼ਾਰੋਂ ਹੀ ਹੁੰਦਾ ਹੈ। ਇਸ ਤਰ੍ਹਾਂ ਦੀ ਕਥਨੀ ਸਹਿਜੇ ਇੱਕ ਕਲਾਕਾਰ ਦੀ ਕਲਾ ਹੀ ਬਣ ਕੇ ਰਹਿ ਜਾਂਦੀ ਹੈ। ਅਗਰ ਕਥਨੀ ਕਿਰਦਾਰ ਵੀ ਹੋਵੇ ਤਾਂ ਇਸ ਨਾਲ ਜਿੱਥੇ ਜਗਤ ਨੂੰ ਸੁਧਾਰਕ ਜੀਵਨ ਮਿਲਦਾ ਹੈ, ਉੱਥੇ ਕਲਾਕਾਰ ਦੀ ਉਪਜੀਵਿਕਾ ਸੋਹਣੇ ਢੰਗ ਨਾਲ ਚੱਲਦੀ ਹੈ। ਅਗਰ ਉਸ ਦਾ ਸਾਰਾ ਧਿਆਨ ਕਥਨੀ ਦੁਆਰਾ ਜਗਤ ਨੂੰ ਸੱਚ ਨਾਲ ਜੋੜਨਾ ਹੋ ਜਾਏ ਤਾਂ ਰੋਜੀ ਦੀ ਵਿਅਰਥ ਦੀ ਚਿੰਤਾ ਦਾ ਬੋਝ ਲਹਿ ਜਾਂਦਾ ਹੈ। ਨਾ ਕਰ ਚਿੰਤਾ ਹੈ ਕਰਤੇ ਦੇ ਮਹਾਵਾਕ ਅਨੁਸਾਰ ਉਹ ਚਿੰਤਾ ਰਹਿਤ ਹੋ ਜਾਂਦਾ ਹੈ। ਉਸ ਦੀ ਰੋਜੀ ਦੀ ਚਿੰਤਾ ਫਿਰ
ਉਹ ਕਰਦਾ ਹੈ ਜਿਸ ਦੀ ਉਹ ਕਥਨੀ ਕਰਦਾ ਹੈ, ਨਹੀਂ ਤਾਂ ਕਥਨੀ ਕਿਰਦਾਰਹੀਨ ਹੋ ਕੇ ਬਜ਼ਾਰੂ ਹੋ ਜਾਂਦੀ ਹੈ। ਵੈਸੇ ਤਾਂ ਕਿਰਦਾਰਹੀਣੀ ਕਥਨੀ ਵਿਆਪਕ ਤਲ ਤੇ ਮੰਦਰ, ਮਸਜਿਦ, ਚਰਚ ਤੇ ਗੁਰਦੁਆਰਿਆਂ ਵਿੱਚ ਚੱਲ ਰਹੀ ਹੈ, ਪਰ ਮੈਂ ਇਹਨਾਂ ਵਿਚਾਰਾਂ ਦੇ ਰਾਹੀਂ ਅਧਿਆਤਮਿਕ ਗੁਰਦੁਆਰਿਆਂ ਵਿੱਚ ਚੱਲ ਰਹੀ ਕਥਨੀ ਤੇ ਕਲਾਕਾਰਾਂ ਦਾ ਜ਼ਿਕਰ ਕਰ ਰਿਹਾ ਹਾਂ। ਭਾਈ ਗੁਰਦਾਸ ਜੈਸੇ ਵਿਆਖਿਆਕਾਰ, ਕਥਾਕਾਰ ਤਾਂ ਗੰਗੋਤਰੀ ਵਿੱਚੋਂ ਨਿਕਲੀ ਗੰਗਾ ਤੁਲ ਨਿਰਮਲ ਸਨ, ਪਰੰਤੂ ਅੱਜ ਕੱਲ੍ਹ ਵਿਚਾਰਾਂ ਦੀ ਇਹ ਵਗਦੀ ਧਾਰਾ ਦਾ ਸਵੱਛ ਕਰਦੀ ਹੈ, ਨਾ ਪਿਆਸ ਹੀ ਬੁਝਾਉਂਦੀ ਹੈ। ਅਨੁਭਵਹੀਨ, ਆਚਾਰਹੀਨ, ਵਿਚਾਰਹੀਨ ਕਥਨੀ ਕੇਵਲ ਕਥਾਕਾਰ ਨੂੰ ਹੀ ਪ੍ਰਗਟ ਕਰਦੀ ਹੈ, ਨਿਰੰਕਾਰ ਦਾ ਰੂਪ ਨਹੀਂ ਦਰਸਾਉਂਦੀ। ਔਰ ਕਥਾਕਾਰ ਦੀ ਰੁਚੀ ਵੀ ਆਪਣੇ ਆਪ ਨੂੰ ਪ੍ਰਗਟ ਕਰਨ ਤੱਕ ਹੀ ਸੀਮਿਤ ਹੁੰਦੀ ਹੈ। ਕਿਧਰੇ ਕੋਈ ਕਥਾਕਾਰ ਆਚਾਰ ਆਸ਼ਰਿਤ ਜਾਂ ਅਹੰਕਾਰ ਆਸ਼ਰਿਤ ਸੱਚਾਈ ਪ੍ਰਗਟ ਕਰਦਾ ਵੀ ਹੈ ਤਾਂ ਉਹ ਪ੍ਰਬੰਧਕੀ ਢਾਂਚੇ ਦੇ ਅਨੁਕੂਲ ਨਹੀਂ ਹੁੰਦੀ। ਪ੍ਰਬੰਧਕੀ ਢਾਂਚਾ ਆਪਣੀ ਪ੍ਰਬੰਧ ਸ਼ਕਤੀ ਵਰਤ ਕੇ ਐਸੀ ਕਥਨੀ ਦੇ ਦਰਵਾਜ਼ੇ ਬੰਦ ਕਰ ਰਿਹਾ ਹੈ, ਜਿਸ ਕਰਕੇ ਗੁਰਦੁਆਰਿਆਂ ਵਿੱਚ ਸੀਮਿਤ ਸੋਚਣੀ ਵਾਲੇ ਕਥਾਕਾਰ ਹੀ ਬਹੁ ਗਿਣਤੀ ਵਿੱਚ ਹਨ, ਜਿਨ੍ਹਾਂ ਦੀਆਂ ਕਥਨੀਆਂ ਕਪੋਲ ਕਲਪਨਾਵਾਂ ਤੇ ਹੁੰਦੀਆਂ ਹਨ, ਜੋ ਸਿਰਫ ਅੰਧ ਵਿਸ਼ਵਾਸ ਦਾ ਪ੍ਰਗਟਾਵਾ ਕਰਦੀਆਂ ਹਨ। ਸਿਧਾਂਤਕ ਤੇ ਇਤਿਹਾਸਕ ਪੱਖ ਤੋਂ ਹੀਣੀਆਂ ਕਥਨੀਆਂ ਦੀ ਭਰਮਾਰ ਹੈ। ਸਾਡੇ ਵਿੱਚ ਕੋਈ ਐਸਾ ਮਹਾਨ ਸਿੱਖਿਆ ਕੇਂਦਰ ਵੀ ਨਹੀਂ ਹੈ ਜਿੱਥੇ ਸਿਧਾਂਤ, ਗਿਆਨ, ਇਤਿਹਾਸ ਤੇ ਪ੍ਰਭੂ ਅਨੁਭਵ ਆਸ਼ਰਿਤ ਗੁਰਮਤਿ ਪੜ੍ਹਾਈ ਜਾਂਦੀ ਹੋਵੇ। शिक्षक तबका सूचनावां तक ही सीमित है और रब्बी तड़प रखण वाले विद्यार्थी भी नहीं हैं, जिस करके असीं कोई महान शिक्षा केंद्र की स्थापना नहीं कर सकते। अजे साडे कोल होर मतांतरां ने इस पक्षों काफ़ी सफलता हासिल की हुई है। बाकी रहिंदे विचार अगली वीडियो विच सांझे करांगे। फतेह प्रवान करनी। वाहिगुरू जी का खालसा, वाहिगुरू जी की फतेह।